बिस्मिल्लाहिर्रहमानिर्रहीम। अस्सलाम वालेकुम नाज़रीन, तमाम दोस्त अहबाब को फार्मिंग एंड बिजनेस आइडियाज़ में फराज अब्बास की जानब से खुशामदीद। दोस्तों, इस वक्त एक 20 साल तजर्बा रखने वाले सच्चे ईमानदार और मेहनती भाई के डेयरी फार्म पर मौजूद हूँ। इन्होंने सिर्फ और सिर्फ 4 जानवरों से ये कारोबार शुरू किया था और अब अल्हम्दुलिल्लाह इनके पास 35 के करीब छोटे बड़े जानवर हैं। ज्यादातर भैंसे हैं और कुछ गाय भी हैं। तो आज की इस वीडियो में मुजम्मल साहब जानवरों के कारोबार के हवाले से बहुत कीमती बातें, जानवरों की बीमारियों के देसी टोटका जात, अखराजात को कम करने और मुनाफा ज्यादा हासिल करने के हवाले से बहुत अच्छी मुफीद कीमती गुफ्तगू करेंगे कि आपका भी दिल खुश हो जाएगा। मैं कोशिश करूंगा कि इनके फार्म और जानवरों के कारोबार के मतलब जितनी भी अहम मालूमात हैं उनसे आगाही हासिल की जाए। इसके अलावा जो भाई जानवरों का कारोबार शुरू करना चाहते हैं उनके लिए भी इनसे मशवरा लिया जाएगा। वीडियो को मुकम्मल लाजमी देखें, इंशाअल्लाह अज़्ज़ व जल फायदा जरूर होगा। तो जिन दोस्तों और भाइयों ने अभी तक चैनल को सब्सक्राइब नहीं किया वो भी चैनल को सब्सक्राइब कर लें। चलिए स्टार्ट करते हैं आज का अपना ये इंटरव्यू। अस्सलाम वालेकुम। वालेकुम अस्सलाम व रहमतुल्लाहि व बरकातहू। भाईजान की हाल है? ठीक है, अल्लाह दा शुक्र है। तुसी सुनाओ? जी अल्लाह दा शुक्र। सब तो पहले अपना नाम दस दियो। मेरा नाम जी मुजम्मल असगर है। मुजम्मल साहब, जानवरां नूं जानन दा किन्ने अरसे दा तजर्बा रखदे? मेरा को तकरीबन कोई 20 साल दा तजर्बा है। माशाअल्लाह, तुसी 20 साल तो जानवरां दा काम करदे हो पे। तुसी ये काम तू की हासिल कीता या की खोया है? अल्हम्दुलिल्लाह ਇਹਦੇ ਤੋਂ ਅਸੀਂ ਕੋਈ ਮੇਰਾ ਕੋਈ 4-5 ਜਾਨਵਰਾਂ ਦਾ ਫਾਰਮ ਸੀ ਤੇ ਉਹਦੇ ਤੋਂ ਜਿਹੜਾ ਨਾ ਸਾਰਾ ਕੁਝ ਤੁਸੀਂ ਦੇਖਦੇ ਹੋ। ਅਲਹਮਦੁਲਿल्लाह ਅੱਲਾਹ ਦਾ ਇਹਸਾਨ ਹੈ। ਮਾਸ਼ਾਅल्लाह ਸਰ, ਇਸ ਟਾਈਮ ਤੇ ਰੌਣਕ ਲੱਗੀ ਹੈ। ਕਿੰਨੇ ਕੁ ਜਾਨਵਰ ਨੇ ਇਸ ਟਾਈਮ? ਇਸ ਟਾਈਮ ਮੇਰੇ ਕੋਲ ਕੋਈ 55 ਜਾਨਵਰ ਨੇ, ਛੋਟੇ ਵੱਡੇ। ਅੱਲਾਹ ਪਾਕ ਸਰ ਮਜ਼ੀਦ ਇਹਨਾਂ 'ਚ ਬਰਕਤ ਅਤਾ ਫਰਮਾਏ। ਤੁਸੀਂ ਜ਼ਿਆਦਾ ਮੱਝਾਂ ਰੱਖੀਆਂ ਨੇ, ਕੁਝ ਗਾਵਾਂ ਰੱਖੀਆਂ ਨੇ? ਹਾਂਜੀ। ਇਹ ਦੱਸੋ, ਜ਼ਿਆਦਾ ਫਾਇਦਾ ਮੱਝਾਂ ਦੇ ਕਾਰੋਬਾਰ ਵਿੱਚ ਜਾਂ ਗਾਵਾਂ 'ਚ ਵੇ, ਜਾਂ ਕਿ ਇਹਨਾਂ ਨੂੰ ਇਕੱਠੇ ਰੱਖਣ 'ਚ ਜ਼ਿਆਦਾ ਫਾਇਦਾ ਹੈ? ਨਹੀਂ, ਫਾਇਦਾ ਜ਼ਿਆਦਾ ਜਿਹੜਾ ਨਾ ਐਕਚੁਅਲੀ ਅਗਰ ਉਹਦੇ ਅੰਦਰ ਬੱਚੇ ਤਿਆਰ ਕਰਨੇ ਨੇ ਤੇ ਫਿਰ ਤੇ ਗਾਈਆਂ 'ਚ ਜ਼ਿਆਦਾ ਫਾਇਦਾ। ਲੇਕਿਨ ਸਾਡੇ ਮੁਆਸ਼ਰੇ 'ਚ ਗਾਈ ਦਾ ਦੁੱਧ ਇੰਨਾ ਲਾਈਕ ਨਹੀਂ ਕੀਤਾ ਜਾਂਦਾ। ਉਹਦੀ ਵਜ੍ਹਾ ਤੋਂ ਕਰਕੇ ਮੱਝਾਂ ਦਾ ਦੁੱਧ ਲੋਕ ਪਸੰਦ ਕਰਦੇ ਨੇ ਤੇ ਮੱਝ ਰੱਖਣੀ ਸਾਡੀ ਮਜਬੂਰੀ ਹੁੰਦੀ ਹੈ ਫਿਰ। ਅਜੇ ਕਿ ਗਾਈ ਜਿਹੜੀ ਉਹ ਦੁੱਧ ਜ਼ਿਆਦਾ ਦਿੰਦੀ ਹੈ ਮੱਝ ਦੀ ਨਿਸਬਤ। ਤੇ ਅਗਰ ਇਕੱਠੇ ਰੱਖੇ ਹੋਣ ਫਿਰ ਗਾਂ ਦਾ ਦੁੱਧ ਵੀ ਆਸਾਨੀ ਨਾਲ ਸੇਲ ਹੋ ਜਾਂਦਾ? ਆਸਾਨੀ ਨਾਲ ਸੇਲ ਹੋ ਜਾਂਦਾ। ਇਸ ਟਾਈਮ ਕਿੰਨੀਆਂ ਮੱਝਾਂ ਤੇ ਕਿੰਨੀਆਂ ਗਾਵਾਂ ਦੁੱਧ ਦੇ ਰਹੀਆਂ ਨੇ? ਸਾਡੇ ਕੋਲ ਅਲਹਮਦੁਲਿल्लाह 17 ਮੱਝਾਂ ਤੇ 3 ਗਾਈਆਂ ਦੁੱਧ ਦੇ ਰਹੀਆਂ ਨੇ। ਤੇ ਮੱਝਾਂ ਟੋਟਲ ਵੈਸੇ 20 ਨੇ? ਹਾਂਜੀ। ਤੁਹਾਡੇ ਫਾਰਮ ਦੀ ਇੱਕ ਖਾਸ ਚੀਜ਼ ਇਹ ਵੀ ਵੇਖੀ ਹੈ ਕਿ ਤੁਹਾਡੇ ਜ਼ਿਆਦਾ ਜਾਨਵਰ ਦੁੱਧ ਦੇ ਰਹੇ ਨੇ। ਜਿਹੜੇ ਜਾਨਵਰ ਦੁੱਧ ਨਹੀਂ ਦਿੰਦੇ ਜਾਂ ਦੁੱਧ ਘੱਟ ਦਿੰਦੇ ਨੇ ਉਹਨਾਂ ਦਾ ਕੀ ਕਰਦੇ ਹੋ? ਉਹ ਜਾਨਵਰ ਅਸੀਂ ਇੱਧਰ ਬੂਰੇ ਵਿਹਾੜੀ ਲੁੱਡਨ ਸਾਈਡ ਵਾਲ ਜਿਹੜਾ ਨਾ ਉੱਥੇ ਹਿੱਸੇ ਤੇ ਦੇ ਦਿੰਦੇ ਆ ਜਾਂ ਉਹਨਾਂ ਨਾਲ ਕੋਈ ਚਰਾਈ ਕਰ ਲੈਨੇ ਆ। 4000 6000 ਪਰ ਮੰਥ ਉਹ ਉਹਨਾਂ ਦੇ ਨਾਲ ਬਾਅਦ ਦੇ ਵਿੱਚ ਜੋ ਜਾਨਵਰ ਸਾਡਾ ਤਿਆਰ ਹੋ ਜਾਂਦਾ ਜਾਈਦਾ 6 ਮਾਹ ਰਿਹਾ, 8 ਮਾਹ ਰਿਹਾ, 10 ਮਾਹ ਰਿਹਾ, ਉਹਨੇ ਕੀਮਤ ਉਹਨਾਂ ਨੂੰ ਦੇ ਛੱਡੀ, ਉਹਨੇ ਮਹੀਨਿਆਂ ਦੇ ਪੈਸੇ ਤੇ ਉਹ ਅਸੀਂ ਆਪਣਾ ਜਾਨਵਰ ਵਾਪਸ ਲੈ ਆਨੇ। ਜਿਹੜੀ ਮੱਝ ਕਮ ਸੇ ਕਮ ਕਿੰਨਾ ਦੁੱਧ ਦਿੰਦੀ ਹੋਏ ਤੇ ਤੁਸੀਂ ਉਧਰ ਭੇਜ ਛੱਡਦੇ ਹੋ? ਅਸੀਂ ਉਹ ਜਦੋਂ ਐਂਡ ਤੇ ਤਕਰੀਬਨ ਕੋ 2-2.5 ਕਿਲੋ ਦੁੱਧ 3 ਕਿਲੋ ਤੇ ਆ ਜਾਏ ਤੇ ਫਿਰ ਅਸੀਂ ਉਧਰ ਭੇਜ ਦਿੰਦੇ। ਤੇ ਉਧਰ ਕਿੰਨੇ ਮਾਹ ਰਹਿੰਦੀ ਹੈ? ਉਧਰ ਉਹ ਮੱਝ ਮਸਲਨ ਇੱਥੋਂ ਆਸ ਹੋ ਗਈ ਹੈ, ਉਹਦੀ ਨਸਲਕਸ਼ੀ ਕਰਵਾ ਲਈ, ਇੱਥੇ ਕ੍ਰਾਸ ਕਰਵਾ ਲਿਆ ਜਾਨਵਰ ਨੂੰ ਤੇ ਠੀਕ ਹੈ। ਅਗਰ ਉੱਥੇ ਰਹੀਏ ਤੇ 8 ਮਾਹ ਉੱਥੇ ਰਹੇਗੀ। ਉੱਥੇ ਜਾ ਕੇ ਕ੍ਰਾਸ ਹੋਈਏ ਨਾ 8 ਮਾਹ ਉੱਥੇ ਰਹੇਗੀ ਤੇ ਉਸ ਤੋਂ ਬਾਅਦ ਅਸੀਂ ਲੈ ਆਉਣਾ। 2 ਮਹੀਨੇ ਆਪੀ ਖਿਦਮਤ ਕੀਤੀ ਫਿਰ ਮੱਝ ਤਿਆਰ ਹੋ ਗਈ। ਯਾਨੀ ਕਿ ਉਹ ਮਹੀਨੇ ਦਾ ਕੁਛ 4000 ਲੈਂਦੇ ਨੇ, ਕੁਛ 5000 ਲੈਂਦੇ ਨੇ। ਉਹ ਜੂ ਖੁੱਲੀ ਏ, ਉਹ ਚਾਰਦੇ ਨੇ ਤਾਂ ਵਾਸਤੇ ਲਾਈ ਜਾਂਦੇ ਨੇ। ਬਿਲਕੁਲ ਬਿਲਕੁਲ ਇਹੋ ਹੀ ਗੱਲ ਹੈ। ਨਾਲੇ ਉਧਰ ਇੰਨਾ ਬਿਜ਼ਨਸ ਨਹੀਂ, ਉਧਰ ਕੋਈ ਫਾਰਗ ਟਾਈਮ ਲੋਕਾਂ ਕੋਲ ਹੁੰਦਾ ਤਕਰੀਬਨ ਤੇ ਉਹ ਜਿਹੜਾ ਨਾ ਉਹ ਇਸੇ ਮੁਆਸ਼ਰੇ ਜੀ ਨੇ ਸਾਰੇ ਜਾਨਵਰਾਂ ਦੇ ਜੀ ਉਹ ਜਾਨਵਰ ਚਰਾਉਂਦੇ ਨੇ। ਅੱਛਾ, ਤੁਹਾਨੂੰ ਯਾਨੀ ਕਿ ਫਿਰ ਜਿਹੜੇ ਜਾਨਵਰ ਦੁੱਧ ਕੰਮ ਦਿੰਦੇ ਨੇ ਜਾਂ ਜਿਹੜੇ ਜਾਨਵਰ ਫੰਡਰ ਨੇ ਉਧਰ ਭੇਜਣ ਵਿੱਚ ਜ਼ਿਆਦਾ ਫਾਇਦਾ ਹੈ ਕਿ ਇੱਧਰ ਤੁਹਾਡਾ ਖਰਚਾ ਜ਼ਿਆਦਾ ਹੁੰਦਾ ਹੈ? ਹਾਂਜੀ, ਇੱਕ ਖਰਚਾ ਜ਼ਿਆਦਾ ਹੁੰਦਾ। ਨਾਲੇ ਫਿਰ ਜਿਹੜੇ ਇੱਥੇ ਕੀਮਤੀ ਜਾਨਵਰ ਉਸ ਤਰ੍ਹਾਂ ਦੇ ਹੁੰਦੇ ਨੇ ਉਹਨਾਂ ਨੂੰ ਬਚਾਉਣਾ ਜਿਹੜਾ ਬਹਾਦਰੀ ਹੁੰਦੀ ਹੈ ਉਹਨਾਂ ਨੂੰ ਖਤਮ ਕਰ ਛੱਡਣਾ ਤੇ ਨਹੀਂ ਨਾ। ਕਿ ਅਗਰ ਉਹਨਾਂ ਨੂੰ ਇੱਕ ਕਸਾਈ ਨੂੰ ਦੇ ਦਿੰਨੇ ਆ
ਤੇ ਉਹਦੇ ਜਾਨਵਰ ਜਾਂਦਾ ਰਿਹਾ। ਸਰ ਬੜੀ ਅੱਛੀ ਗੱਲ ਦੱਸੀ ਹੈ ਤੁਸੀਂ, ਯਾਨੀ ਕਿ ਤੁਹਾਡੀ ਇਹ ਮਜਬੂਰੀ ਕਹਿ ਲਓ ਕਿ ਅੱਛੀ ਨਸਲ ਨੂੰ ਬਚਾਉਣਾ ਚਾਹੁੰਦੇ ਹੋ। ਇਹ ਤੇ ਹੋ ਗਿਆ ਨਾ ਜਿਹੜੀਆਂ ਮੱਝਾਂ ਫੰਡਰ ਨੇ ਜਾਂ ਜਿਹੜੀਆਂ ਦੁੱਧ ਕੰਮ ਦਿੰਦੀਆਂ ਨੇ, ਤੇ ਜਿਹੜੇ ਮੱਝਾਂ ਤੇ ਗਾਵਾਂ ਦੇ ਛੋਟੇ ਜਾਨ ਨੇ ਉਹਨਾਂ ਦਾ ਕੀ ਕਰਦੇ ਹੋ? ਉਹਨਾਂ ਜਾਨਵਰਾਂ ਨੂੰ ਅਸੀਂ ਉਧਰ ਭੇਜ ਦਿੰਦੇ ਆ। ਮਸਲਨ ਉਹ 50% ਤੇ ਦੇਈਦਾ। ਛੋਟਾ ਬੱਚਾ ਉਹ 8 ਮਾਹ ਦਾ, 10 ਮਾਹ ਦਾ, 12 ਮਾਹ ਦਾ, ਉਹ ਅਸੀਂ ਉਧਰ ਭੇਜ ਦੇਣਾ। ਜਦੋਂ ਉਹਨੇ ਜਵਾਨ ਹੋਣਾ, ਤਿਆਰ ਹੋ ਜਾਣਾ, 1-2 ਮਾਹ ਰਹਿੰਦਾ ਜਾਂ ਕੋਈ 10-15 ਦਿਨ ਰਹਿੰਦੇ ਨੇ ਮੁਮਕਿਨ ਹੈ, ਉਦੋਂ ਉਹਨੂੰ 50% ਕਰ ਲੈਣਾ। ਮਸਲਨ ਉਹਦੀ 2 ਲੱਖ ਰੁਪਇਆ ਕੀਮਤ ਪਈ ਏ, ਲੱਖ ਰੁਪਇਆ ਉਹਨੂੰ ਦੇਣਾ ਤੇ ਜਾਨਵਰ ਆਪਣਾ ਲੈ ਆਉਣਾ। 50 ਦੇ ਅਸੀਂ ਮਾਲਕ ਹੁੰਨੇ ਆ। ਅੱਛਾ, ਯਾਨੀ ਕਿ ਉਹ ਜਦੋਂ 8 ਜਾਂ 10 ਮਾਹ ਦਾ ਹੁੰਦਾ ਉਦੋਂ ਉਹਦੀ ਜਿੰਨੀ ਵੀ ਕੀਮਤ ਹੈ 10-15 ਹਜ਼ਾਰ, ਉਹ ਤੁਸੀਂ ਵਿੱਚ ਅਕਾਊਂਟ ਨਹੀਂ ਕਰਦੇ? ਅਕਾਊਂਟ ਕਰਨੀ, ਉਹਨੂੰ ਹੀ ਦੇ ਦੇਣਾ। ਤੇ ਤੁਸੀਂ ਸਭ ਤੋਂ ਚੰਗੀ ਮੱਝ ਕਿਹੜੀ ਨਸਲ ਦੀ ਮੱਝ ਨੂੰ ਕਹਿੰਦੇ ਹੋ? ਅਸੀਂ ਸਭ ਤੋਂ ਚੰਗੀ ਮੱਝ ਜਿਹੜੀ ਹੈ ਉਹ ਨੀਲੀ ਦੀ ਮੱਝ ਨੂੰ ਕਹਿੰਦੇ ਆ। ਨੀਲੀ ਦੀ ਜਿਹੜੀ ਮੈਂ ਉਹਦੀ ਕੀ ਪਹਿਚਾਨ, ਕੀ ਖੂਬੀ ਹੈ? ਉਹਦਾ ਸਿਰ ਪਤਲਾ ਹੋਏਗਾ, ਗਰਦਨ ਲੰਬੀ ਹੋਏਗੀ, ਮੂੰਹ ਬਰੀਕ ਹੋਏਗਾ, ਪਿੱਛਾ ਚੌੜਾ ਹੋਏਗਾ, ਪੁੱਠਾ ਉਹਦਾ ਜ਼ਿਆਦਾ ਹੋਏਗਾ ਦੂਸਰੀਆਂ ਮੱਝਾਂ ਨਾਲੋਂ, ਤੇ ਉਹਦੀ ਵੇਲ ਜਿਹੜੀ ਲੰਬਾਈ ਹੈ, ਲੈਂਥ, ਉਹ ਜ਼ਿਆਦਾ ਹੋਏਗੀ। ਲੰਬਾਈ ਜ਼ਿਆਦਾ ਹੋਏਗੀ। ਅੱਗੇ ਜਾਓਗੇ ਤੇ ਕੱਟੀ ਮਹਿਸੂਸ ਹੋਏਗੀ, ਪਿੱਛੇ ਜਾਓਗੇ ਤੇ ਮੱਝ ਮਹਿਸੂਸ ਹੋਏਗੀ। ਠੀਕ ਹੈ, ਯਾਨੀ ਕਿ ਸਾਹਮਣੇ ਉਹ ਕੱਟੀ ਕਮ ਉਮਰ ਦੀ ਮਹਿਸੂਸ ਹੋਏਗੀ, ਪਿੱਛੋਂ ਮੈਂ ਲੱਗੇ ਦੀ। ਮੱਝ ਲੱਗੇਗੀ। ਤੇ ਨੀਲੀ ਦੀ ਜਿਹੜੀ ਸਭ ਤੋਂ ਟਾਪ ਕਲਾਸ ਮੈਂ ਉਹ ਕਿੰਨਾ ਕੁ ਦੁੱਧ ਹੜਦੀ ਹੈ? ਇਹ ਤਕਰੀਬਨ ਜਿਹੜੀ ਅੱਛੀ ਨਸਲ ਦੀ ਮੱਝ ਉਹ 22 ਤੋਂ 24 ਲੀਟਰ ਤੱਕ ਦੁੱਧ ਦਿੰਦੀ ਹੈ। ਅੱਛੀ ਉਹਦੀ ਨਿਗਾਹਦਾਸ਼ਤ, ਅੱਛੀ ਸੇਵਾ, ਅੱਛੀ ਸੰਭਾਲ ਹੋਵੇ, 22 ਤੋਂ 24 ਲੀਟਰ ਦੁੱਧ ਦਿੰਦੀ ਹੈ। ਲੇਕਿਨ ਇਸ ਤਰ੍ਹਾਂ ਸਾਡੇ ਕੋਲ ਗਵਾਲ 'ਚ 15-16 ਲੀਟਰ ਜਿਹੜਾ ਰੂਟੀਨ ਵਾਈਜ਼ ਦੁੱਧ ਦਿੰਦੀ ਹੈ। ਤੁਸੀਂ ਇਹ ਦੱਸੋ ਕਿ ਜਿਹੜਾ ਬੰਦਾ ਕਾਰੋਬਾਰ ਕਰਨਾ ਚਾਹੁੰਦਾ ਹੈ, ਉਹ ਹਰ ਦਫਾ ਹੀ ਨੀਲੀ ਦੀ ਅੱਛੀ ਮੈਂ ਲੈ ਕੇ ਆਏ ਜਾਂ ਕਿ ਅੱਛਾ ਨਰ ਸੰਡਾ ਰੱਖ ਲੇ? ਨਹੀਂ, ਉਹ ਅੱਛਾ ਨਰ ਸੰਡਾ ਰੱਖ ਲੈ, ਉਹਦੇ ਤੋਂ ਉਹਦੀ ਨਸਲ ਬਣ ਜਾਏਗੀ। ਕਿਉਂਕਿ ਇੰਨੇ ਜ਼ਿਆਦਾ ਪੈਸੇ ਇਨਵੈਸਟ ਕਰਨ ਨਾਲੋਂ ਅਗਰ ਉਹ ਅੱਛਾ ਨਰ ਲੈ ਲੈਂਦਾ, ਨਰ ਉਹ ਰੱਖੇ ਜਿਹਨੂੰ ਉਹ ਜਾਣਦਾ ਪਹਿਚਾਣਦਾ ਹੈ। ਮਸਲਨ ਉਸ ਮੱਝ ਦਾ ਨਰ ਹੋਏ ਜਿਹੜੀ ਮੱਝ ਅੱਛਾ ਦੁੱਧ ਦਿੰਦੀ ਹੈ, ਖੂਬਸੂਰਤ, ਉਹਦੇ ਥਣ ਚਾਰੇ ਸਾਫ਼ ਨੇ, ਇਹ ਨਾ ਹੈ ਕਿ ਉਹਦੀ ਮਾਂ ਦੇ ਕੋਈ ਥਣ 'ਚ ਫਾਲਟ ਏ, ਉਹ ਲਾਜ਼ਮੀ ਬੱਚੇ 'ਚ ਖੂਨ 'ਚ ਚਲਾ ਜਾਏਗਾ। ਅੱਗੋਂ ਜਿਹੜੀ ਤੁਸੀਂ ਨਸਲ ਰੱਖੋਗੇ ਉਹਨਾਂ ਦੇ ਥਣਾਂ 'ਚ ਵੀ ਫਾਲਟ ਆਉਂਦਾ ਰਹੇਗਾ। ਅੱਛਾ ਮੁਜ਼ਮਲ ਸਾਹਿਬ, ਇਹ ਦੱਸਿਓ ਟੋਟਲ ਜਾਨਵਰ 35 ਦੱਸੇ ਜੇ ਕਿ 40? ਨਹੀਂ, ਸਾਡੇ ਕੋਲ ਤਕਰੀਬਨ 50-55 ਜਾਨਵਰ ਨੇ, ਜਿਨ੍ਹਾਂ ਵਿੱਚੋਂ 35-40 ਜਿਹੜੇ ਨੇ ਇਸ ਟਾਈਮ ਇੱਥੇ ਮੌਜੂਦ ਨੇ, ਕੁਝ ਅਸੀਂ ਬਾਹਰ ਹਿੱਸੇ ਦੇ ਭੇਜੇ। ਇਹ ਇੱਥੇ 35-40 ਨੇ? ਹਾਂਜੀ। ਇਹ 35-40 ਜਾਨਵਰਾਂ ਵਾਸਤੇ ਕਿੰਨੇ ਕਿੱਲੇ ਪੱਠੇ ਕਾਸ਼ਤ ਕੀਤੇ? ਅਸੀਂ ਕੋਈ 6 ਏਕੜ ਜਿਹੜਾ ਨਾ ਇਸ ਟਾਈਮ ਸਟਾਲਾ ਕਾਸ਼ਤ ਕੀਤਾ ਦਾ। ਜ਼ਮੀਨ ਆਪਣੀ ਹੈ? ਜ਼ਮੀਨ ਅਲਹਮਦੁਲਿਲਾ 6 ਏਕੜ ਕਾਫੀ ਹੈ ਕਿ ਕੁਝ ਮੁੱਲ ਵੀ ਲੈਣੇ ਪੈਂਦੇ ਜੇ? ਸਟਾਲਾ ਕਾਸ਼ਤ ਕੀਤਾ 2 ਏਕੜ ਜਿਹੜਾ ਉਹ ਕਮਾਦ ਹੈ, ਤੇ ਕੁਝ ਵਿੱਚ ਕਣਕ ਬੀਜ ਲੈਣੀ ਹੈ। ਕਣਕ ਜਿਹੜੀ ਉਹ ਪਾਈ ਦੀ ਹੈ ਨਾਲ। ਇਹ ਕਮਾਦ ਵੀ ਇਹਨਾਂ ਨੂੰ ਖਿਲਾਉਂਦੇ? ਕਮਾਦ ਅਸਾਂ ਟੋਟਲ ਇਹਨਾਂ ਨੇ ਪਾਉਣਾ। ਉਹ ਕੀ ਤਰੀਕੇਕਾਰ ਹੁੰਦਾ? ਉਹ ਸਟਾਲੇ 'ਚ ਕਣਕ 'ਚ ਥੋੜਾ ਬਹੁਤਾ ਰਲਾ ਕੇ ਪਰਾਲੀ ਤੋਂ ਬਚਾਉਣ ਲਈ, ਸੁੱਕੇ ਤੋਂ, ਉਹ ਜਿਹੜਾ ਨਾ ਉਦੋਂ ਪੱਠਿਆਂ ਦਾ ਕੰਮ ਆਸਾਨੀ ਨਾਲ ਚੱਲ ਸਕਦਾ। ਇੱਕ ਜਿਹੜਾ ਏਕੜ ਉਹ ਕਿੰਨੇ ਜਾਨਵਰਾਂ ਵਾਸਤੇ ਕਾਫੀ ਹੈ? ਚਾਰੇ ਵਾਸਤੇ? ਜਾਨਵਰ ਵਾਸਤੇ 1.5 ਤੋਂ 2 ਕਨਾਲ ਸਟਾਲਾ ਜਿਹੜਾ ਨਾ ਉਹ ਲਾਜ਼ਮੀ ਇੱਕ ਜਾਨਵਰ ਲਈ ਕਮ ਸੇ ਕਮ। ਲੇਕਿਨ ਕਨਾਲ ਨਾਲ ਚੱਲ ਜਾਂਦਾ ਜੇ ਕਮਾਦ ਕਣਕ ਨਾਲ ਹੋਵੇ ਤੇ। 1 ਕਨਾਲ ਸਟਾਲਾ ਅਗਰ ਤੁਸੀਂ ਕਮਾਦ ਕਣਕ ਨਾਲ ਇਸਤੇਮਾਲ ਕਰਦੇ ਹੋ ਤਾਂ ਚੱਲ ਜਾਏਗਾ ਤੁਹਾਡਾ ਸੀਜ਼ਨ। ਠੀਕ ਹੈ। ਇਸ ਟਾਈਮ ਕਿੰਨੇ ਜਾਨਵਰ ਦੁੱਧ ਦੇ ਰਹੇ ਜੇ? ਇਸ ਟਾਈਮ ਅਲਹਮਦੁਲਿਲਾ 17 ਜਾਨਵਰ ਦੁੱਧ ਦਿੰਦੇ ਨੇ। 17 ਮੱਝਾਂ 3 ਗਾਈਆਂ। ਤੇ 17 ਮੱਝਾਂ ਤੇ 3 ਗਾਵਾਂ ਦਾ ਰੋਜ਼ਾਨਾ ਦਾ ਕਿੰਨਾ ਦੁੱਧ ਹੋ ਜਾਂਦਾ? 17 ਮੱਝਾਂ ਦਾ ਦੁੱਧ ਅਲਹਮਦੁਲਿਲਾ ਕੋਈ 3-3.5 ਮਣ ਹੋ ਜਾਂਦਾ। ਇੱਕ ਟਾਈਮ ਦਾ 2 ਟਾਈਮਾਂ ਦਾ? ਨਹੀਂ, 2 ਟਾਈਮਾਂ ਦਾ। ਅੱਜ ਕੱਲ ਮੌਸਮ ਖੁਸ਼ਕ ਹੈ, ਜਾਨਵਰ ਦੁੱਧ ਘੱਟ ਦੇ ਰਹੇ। ਇਹ 3-3.5 ਮਣ ਯਾਨੀ ਕਿ 140 ਕਿਲੋ ਹੀ ਜਾਂਦਾ ਹੈ? ਹਾਂ ਤਕਰੀਬਨ। ਇਹ 2 ਟਾਈਮਾਂ ਦਾ? ਹਾਂਜੀ। ਕੁਝ ਜਾਨਵਰ ਵਿੱਚ ਖਾਂਗੜ ਨੇ? ਹਾਂਜੀ, ਵਿੱਚ ਕੁਝ ਜਾਨਵਰ ਖਾਂਗੜੇ ਨੇ, ਕੁਝ ਵਿੱਚ ਤਾਜ਼ੇ ਨੇ। ਇਹਦੀ ਬਣਾ ਦੇ ਕਰਕੇ ਜਿਹੜਾ ਨਾ ਕੰਮ ਮਿਕਸ ਹੈ। ਤੁਸੀਂ ਆਪਣੇ ਜਾਨਵਰਾਂ ਨੂੰ ਰੋਜ਼ਾਨਾ ਖੁਰਾਕ ਵੰਡੇ ਵਿੱਚ ਕੀ ਕੀ ਪਾਉਂਦੇ ਹੋ ਪਏ? ਇੱਕ ਦਿਨ ਦੀ ਰੂਟੀਨ ਦੱਸੋ, ਸਵੇਰ ਤੋਂ ਲੈ ਕੇ ਸ਼ਾਮ ਤੱਕ। ਅਸੀਂ ਆਪਣੇ ਜਾਨਵਰਾਂ ਨੂੰ ਇਸ ਟਾਈਮ ਤਕਰੀਬਨ ਨਿਸਫ ਜਿਹੜਾ ਨਾ ਕੋਸ਼ਿਸ਼ ਕਰੀਦੀ ਹੈ ਵੰਡੇ ਦੀ ਪਾਵੀਏ। ਅਗਰ ਕੋਈ ਮੱਝ 10 ਕਿਲੋ ਦੁੱਧ ਦਿੰਦੀ ਹੈ ਤੇ ਕੋਸ਼ਿਸ਼ ਇਹ ਵੇ ਉਹਨੂੰ 5 ਕਿਲੋ ਨਹੀਂ ਤੇ 4 ਕਿਲੋ ਵੰਡਾ ਲਾਜ਼ਮੀ ਪਵੇ, ਤੇ ਨਾਲ ਉਹਨੂੰ ਤੇਲ ਦੀ ਡੋਜ਼ ਜਿਹੜੀ ਹੈ ਨਾ, ਸਰਸੋਂ ਦਾ ਤੇਲ, ਮਾਸਟਰ ਆਇਲ, ਇਹ ਡੇਲੀ ਯੂਜ਼ ਹੋਣਾ ਚਾਹੀਦਾ। ਤੁਸੀਂ ਆਪਣੇ ਜਾਨਵਰ ਨੂੰ ਸਰੋਂ ਦਾ ਤੇਲ 100 ਗ੍ਰਾਮ ਹੀ ਬੇਸ਼ੱਕ ਦਿਓ, ਲੇਕਿਨ ਦਵੋ ਡੇਲੀ, ਰੋਜ਼ਾਨਾ ਦਿਓ। ਤੁਹਾਡਾ ਜਾਨਵਰ ਜਿਹੜਾ ਉਹ ਤੰਦਰੁਸਤ ਵੀ ਇਨਸ਼ਾਅੱਲਾ ਰਹੇਗਾ, ਔਰ ਉਹ ਚਮਕ ਵੀ ਹੋਏਗੀ ਉਹਦੀ ਜਿਲਦ ਦੇ ਵਿੱਚ, ਤੇ ਉਹ ਖੂਬਸੂਰਤ ਵੀ ਲੱਗੇਗਾ, ਅੱਗੋਂ ਕ੍ਰਾਸ ਵੀ ਜਲਦੀ ਹੋਏਗਾ, ਦੁੱਧ ਵੀ ਅੱਛਾ ਦੇਗਾ। ਇਹ ਜਿਹੜੇ ਜਾਨਵਰ ਦੁੱਧ ਦਿੰਦੇ ਨੇ, ਤੇਲ ਸਿਰਫ ਉਹਨਾਂ ਨੂੰ ਦੇਣਾ ਹੈ? ਤੇਲ ਉਹਨਾਂ ਨੂੰ ਦਿਓ, ਦੂਸਰੇ ਨੂੰ ਵੀ ਦਿਓ। ਉਹਦੀ ਹੱਡੀ ਵੱਧਦੀ ਹੈ, ਤੰਦਰੁਸਤੀ ਹੈ, ਤਾਕਤ ਹੈ ਤੇਲ ਦੇ ਵਿੱਚ,
ਉਹ ਗੱਲ ਕੋਈ ਨਹੀਂ, ਲੇਕਿਨ ਜਿਹੜੇ ਦੁੱਧ ਦਿੰਦੇ ਨੇ ਉਹਨਾਂ ਨੂੰ ਲਾਜ਼ਮੀ 100 ml ਕਿੰਨਾ ਕੁ ਵੀ ਤੇਲ ਹੁੰਦਾ ਜੀ, ਉਹ ਉਹਦੇ ਵਿੱਚ ਜ਼ਿਮੀਦਾਰ ਵੀ ਖੁਸ਼ਹਾਲ ਰਹਿੰਦਾ, ਆਸਾਨੀ ਨਾਲ ਦੇ ਸਕਦਾ ਡੇਲੀ, ਤੇ ਜਾਨਵਰ ਜਿਹੜਾ ਵੀ ਖੁਸ਼ਹਾਲ ਹੁੰਦਾ। ਸਰ ਇਹ ਤੇ ਹੋ ਗਿਆ ਨਾ ਵੰਡੇ ਦੀ ਤੁਸੀਂ ਗੱਲ ਦਸੀ, ਤੇ ਵੰਡਾ ਕਿਸੇ ਕੰਪਨੀ ਦਾ ਇਸਤੇਮਾਲ ਕਰਦੇ ਹੋ ਪਏ ਜਾਂ ਕਿ ਖੁਦ ਘਰ ਤਿਆਰ ਕੀਤਾ ਜੀ? ਨਹੀਂ, ਵੰਡਾ ਫਿਲ ਵਕਤ ਹੀ ICI ਦਾ ਗੋਲੀ ਵਾਲਾ ਵੰਡਾ ਜਿਹੜਾ ਨਾ ਪਾਇਲਟ ਉਹ ਯੂਜ਼ ਕਰਨੇ। ਤੇ ਘਰ ਦਾ ਇਸਤੇਮਾਲ ਕਰਨਾ ਬਿਹਤਰ ਹੈ ਜਾਂ ਕਿਸੇ ਕੰਪਨੀ ਦਾ? ਜਿਹੜਾ ਉਹ ਇੰਨਾ ਟਾਈਮ ਹੀ ਨਹੀਂ ਜੇ ਬਚਦਾ, ਕਿਉਂਕਿ ਚਨੇ ਤੇ ਦਾਲ ਉਹ ਹਰ ਚੀਜ਼ ਉਹ ਇਕੱਠੀ ਕਰਕੇ ਪਿਸਾਣੀ ਪੈਂਦੀ ਹੈ, ਲੇਕਿਨ ਬਿਹਤਰ ਰਹਿੰਦਾ ਘਰ ਦਾ ਵੀ। ਅਗਰ ਘਰ ਦਾ ਨਾ ਬਣਾ ਸਕੋ ਤੇ ਪਾਇਲਟ ਵੰਡਾ ICI ਦਾ। ਤੇ ਸਬਜ਼ ਚਾਰਾ ਜਾਂ ਪਰਾਲੀ ਤੂੜੀ ਵਗੈਰਾ ਉਹ ਕੀ ਦੇ ਰਹੇ ਹੋ? ਅਸੀਂ ਇਸ ਟਾਈਮ ਤੇ ਮਕਈ ਤੇ ਪਰਾਲੀ ਯੂਜ਼ ਪੇ ਕਰਨੇ ਆ ਚਾਰੇ ਦੀ ਕਿੱਲਤ ਦੀ ਵਜ੍ਹਾ ਤੋਂ, ਤੇ ਲੇਕਿਨ ਆਮ ਤੌਰ ਤੇ ਜਿਹੜਾ ਉਹ ਜਵਾਰ ਪਾਈ ਦੀ। ਪਰਾਲੀ ਬਿਹਤਰ ਹੁੰਦੀ ਹੈ ਜਾਂ ਕਿ ਤੂੜੀ ਬਿਹਤਰ ਹੁੰਦੀ ਹੈ? ਤੂੜੀ ਬਿਹਤਰ ਹੁੰਦੀ ਹੈ, ਪਰਾਲੀ ਨਹੀਂ ਬਿਹਤਰ। ਪਰਾਲੀ ਉਹਨੇ ਦੇਣੀ ਹੈ ਜਿੰਨੇ ਦਿਨ ਸਬਜ਼ ਹੈ। ਅੱਛਾ ਮੁਜ਼ੰਮਲ ਸਾਹਿਬ, ਬੜਾ ਅਹਿਮ ਸਵਾਲ ਹੈ, ਇਹ ਦੱਸੋ ਕਿ ਰੋਜ਼ਾਨਾ ਦਾ ਇੱਕ ਜਾਨਵਰ ਤੇ ਕਿੰਨਾ ਖਰਚਾ ਆ ਜਾਂਦਾ? ਇਹ ਕਮੋ ਪੇਸ਼ ਇੱਕ ਜਾਨਵਰ ਤੇ ਅਗਰ ਉਹਦੀ ਅੱਛੀ ਨਿਗਾਹਦਾਸ਼ਤ ਕੀਤੀ ਜਾਏ ਤੇ 600 ਤੋਂ 700 ਰੁਪਇਆ ਖਰਚਾ। ਤੇ ਅਗਰ ਉਹਦੀ ਇੰਨੀ ਅੱਛੀ ਸੇਵਾ ਨਾ ਕੀਤੀ ਜਾਏ ਫਿਰ ਖਰਚਾ ਕਮ? 400 ਨਾਲ ਵੀ ਗੁਜ਼ਾਰਾ ਕਰ ਲਓ, 300 ਨਾਲ ਵੀ ਗੁਜ਼ਾਰਾ ਹੀ ਕਰਨਾ ਨਾ ਫਿਰ। ਅੱਛੀ ਅਗਰ ਉਹਦੀ ਨਿਗਾਹਦਾਸ਼ਤ ਕੀਤੀ ਜਾਏ, ਵੰਡਾ ਵਗੈਰਾ, ਪੱਠੇ ਅੱਛੇ, ਉਹਦੀ ਸੇਵਾ, ਉਹਦੀ ਮਿਹਨਤ, ਸਵੇਰ ਤੋਂ ਲੈ ਕੇ ਸ਼ਾਮ ਤੱਕ ਉਹਨਾਂ ਜਾਨਵਰਾਂ ਦੇ ਪਿੱਛੇ ਜਿੰਨਾ ਬੰਦਿਆਂ ਰਹਿਣਾ ਅਕਸਰ ਉਹਨਾਂ ਨੇ ਵਿੱਚ ਹੀ ਕਾਊਂਟ ਹੋਣਾ। ਜਿਹੜੀ ਮੱਝ ਜਾਂ ਗਾਂ 600-700 ਖਰਚਾ ਕਰਾਂਦੀ ਏ ਉਹ ਤੁਹਾਨੂੰ ਕੀ ਦੇ ਜਾਂਦੀ ਹੈ? ਉਹ ਅਲਹਮਦੁਲਿਲਾ ਸਾਨੂੰ ਵੀ ਉਹ ਕੋ 400-500 ਰੁਪਇਆ ਜਾਨਵਰ ਜਿਹੜਾ ਨਾ ਇੱਕ ਬਚਾਈ ਜਾਂਦਾ, ਕਿਉਂਕਿ ਹਮੇਸ਼ਾ ਇੱਕ ਰੂਟੀਨ ਤੇ ਦੁੱਧ ਨਹੀਂ ਰਹਿੰਦਾ। ਜਾਨਵਰ ਜਿਹੜਾ ਉਤਾਰ ਚੜਾਓ ਮੌਸਮ ਦੇ ਨਾਲ ਇਹਦਾ ਚੱਲਦਾ। ਅਗਰ ਮੌਸਮ ਅੱਜ ਕੱਲ ਖੁਸ਼ਕ ਆ ਗਿਆ, ਸਤੰਬਰ ਅਕਤੂਬਰ ਦੇ ਦਿਨ ਖੁਸ਼ਕ ਆ ਗਿਆ, ਜਾਨਵਰ ਦੁੱਧ ਘੱਟ ਕਰ ਜਾਂਦੇ ਨੇ। ਲੇਕਿਨ ਜਦੋਂ ਫਰਵਰੀ ਮਾਰਚ ਅਪ੍ਰੈਲ ਆਉਂਦਾ, ਉਹ ਹੀ ਜਾਨਵਰ ਜਿਹੜੇ ਦੁੱਧ ਅੱਗੇ ਜਾ ਕੇ ਇਹਨਾਂ ਨੇ ਵਧਾਈ ਜਾਣਾ। ਸਾਡੇ ਕੋਈ ਫਾਰਮਰ ਹੁੰਦੇ ਨੇ ਪਰੇਸ਼ਾਨ ਹੋ ਜਾਂਦੇ ਨੇ ਜਦੋਂ ਇਹਨਾਂ ਦਿਨਾਂ ਜਾਨਵਰ ਦੁੱਧ ਘੱਟ ਕਰਦੇ ਨਾ, ਤੇ ਸਿਰ ਤੇ ਬਾਹਰ ਰੱਖ ਲੈਣੀ ਉਹ ਬਾਈ ਕੀ ਬਣ ਗਿਆ। ਲੇਕਿਨ ਐਸੀ ਗੱਲ ਕੋਈ ਨਹੀਂ, ਅੱਲਾਹ ਤੇ ਤਵੱਕਲ ਰੱਖਣਾ ਚਾਹੀਦਾ, ਅੱਲਾਹ ਕਾਮਯਾਬੀ ਦੇ। ਸਰ ਤੁਸੀਂ ਇਹ ਕੰਮ ਤੋਂ ਬਿਲਕੁਲ ਮੁਤਮਿਨ ਹੋ? ਅਲਹਮਦੁਲਿਲਾ ਅੱਲਾਹ ਦੇ। ਆਉਣ ਵਾਲੇ ਵਕਤ ਵਿੱਚ ਆਪਣੇ ਜਾਨਵਰਾਂ 'ਚ ਇਜ਼ਾਫਾ ਕਰੋ ਦੇ ਜਾਂ ਕਿ ਘਟਾਓ ਦੇ? ਨਹੀਂ, ਇਨਸ਼ਾਅੱਲਾ ਇਜ਼ਾਫਾ ਕਰਾਂਗੇ ਅਲਹਮਦੁਲਿਲਾ। ਮੁਜ਼ੰਮਲ ਸਾਹਿਬ ਇਹ ਦੱਸੋ ਜਾਨਵਰਾਂ ਨੂੰ ਜ਼ਿਆਦਾਤਰ ਕਿਹੜੀ ਬਿਮਾਰੀ ਹੁੰਦੀ ਹੈ? ਜਾਨਵਰਾਂ ਨੂੰ ਜ਼ਿਆਦਾਤਰ ਇਹ ਮੌਸਮ ਦੇ ਲਿਹਾਜ਼ ਨਾਲ, ਅਗਰ ਬਾਹਰੋਂ ਜਾਨਵਰ ਆ ਗਏ ਨੇ, ਮਸਲਨ ਈਦ ਦਾ ਕੋਈ ਮੌਕਾ ਆ ਗਿਆ, ਤੇ ਇਹਨਾਂ ਨੂੰ ਮੋਖਰ ਦੀ ਬਿਮਾਰੀ ਦਾ ਡਰ ਹੁੰਦਾ। ਉਹਦਾ ਕੋਈ ਦੇਸੀ ਇਲਾਜ? ਕਿਉਂਕਿ ਜਦੋਂ ਬਾਹਰ ਵਾਲੇ ਜਾਨਵਰ ਆ ਜਾਂਦੇ ਨਾ, ਉਹ ਆਬੋ ਹਵਾ ਇਸ ਦੇ ਵਿੱਚ ਮਿਕਸ ਹੁੰਦੇ ਨੇ, ਤੇ ਉਹਨਾਂ 'ਚ ਕਿਸੇ ਨੂੰ ਵੀ ਜਰਾਸੀਮ ਹੋਏ ਤੇ ਹਵਾ 'ਚ ਫੈਲ ਜਾਂਦਾ, ਤੇ ਉਹ ਜਿਹੜਾ ਨਾ ਉਹ ਇਹਨਾਂ ਨੂੰ ਪਰੇਸ਼ਾਨੀ ਦਾ, ਜ਼ਿਮੀਦਾਰ ਵਾਸਤੇ, ਫਾਰਮ ਵਾਸਤੇ ਵੀ ਪਰੇਸ਼ਾਨੀ ਦਾ ਸਬਬ ਬਣ ਜਾਂਦਾ। ਅਗਰ ਇਸ ਤਰ੍ਹਾਂ ਦੀ ਕੋਈ ਨੁਈਅਤ ਆ ਜੇ, ਆਪਣੇ ਜਾਨਵਰਾਂ ਦੇ ਵਿੱਚ ਮੱਛੀ ਨਹੀਂ ਹੁੰਦੀ ਚਾਨੇ ਵਾਲੀ ਜੀ, ਉਹਦੇ ਚਾਨੇ ਲਿਆ ਕੇ ਆਪਣੇ ਜਾਨਵਰਾਂ ਦੇ ਵਿੱਚ ਖਿਲਾਰ ਦੇਵੋ, ਉਹਨਾਂ ਦੇ ਪੈਰਾਂ ਥੱਲੇ ਅੱਗੇ ਪਿੱਛੇ। ਇਨਸ਼ਾਅੱਲਾ ਤਾਲਾ ਜਿੱਦਣ ਤੁਸੀਂ ਖਿਲਾਰੋਗੇ ਉਦੋਂ ਤੋਂ ਮੋਖਰ ਜਿਹੜੀ ਕੰਟਰੋਲ ਹੋਈਏਗੀ, ਔਰ ਜਾਨਵਰ ਅਗਲੇ ਦਿਨ ਤੋਂ ਜਿਹੜੇ ਨੇ ਬਿਹਤਰ ਹੋਣੇ ਸ਼ੁਰੂ ਹੋ ਜਾਣਗੇ। ਜ਼ਬਰਦਸਤ ਸਰ, ਬੜੀ ਕਮਾਲ ਦੀ ਗੱਲ ਦੱਸੀ ਜੇ। ਜਿਹੜੇ ਜਾਨਵਰ ਨੂੰ ਸਾੜੂ ਜਾਂ ਚੰਦਰੀ ਦਾ ਨੁਕਸ ਹੋਏ ਉਹਨੂੰ ਕੀ ਖਿਲਾਣਾ ਚਾਹੀਦਾ? ਅੱਛਾ, ਪਹਿਲੇ ਨੰਬਰ ਤੇ ਗੱਲ ਇਹ ਵੇ ਕਿ ਸਾੜੂ ਚੰਦਰੀ ਵਾਸਤੇ ਸਾਡੇ ਅਮੂਮਨ ਫਾਰਮ ਦੇ ਜਿਹੜੇ ਲੋਕ ਨੇ ਨਾ, ਉਹ ਜਾਨਵਰ ਦੇ ਥੱਲੇ ਬੱਚਾ ਜੋ ਦੂਸਰੀ ਦਫਾ ਛੱਡੀਦਾ ਤੇ ਬਾਅਦ ਚ ਥਣ ਨਹੀਂ ਧੋਂਦੇ, ਉਹ ਜਿਹੜਾ ਦੁੱਧ ਅੱਗੇ ਜੰਮ ਜਾਂਦਾ ਜੀ, ਉਹ ਜਿਹੜਾ ਨਾ ਉਹਦੇ ਵਾਸਤੇ ਬਿਮਾਰੀ ਦਾ ਬਾਇਸ ਬਣਦਾ। ਸਾੜੂ ਮੀਂਡਕੀ ਉਹਦੇ ਨਾਲ ਹੁੰਦੀ ਹੈ। ਤੇ ਇਸ ਤੋਂ ਇਲਾਵਾ ਬਹੁਤ ਜ਼ਿਆਦਾ ਆਬਾਦੀ ਵੱਡਾ ਪਾਉਣ ਤੋਂ, ਜਦੋਂ ਤੁਸੀਂ ਆਪਣੇ ਜਾਨਵਰ ਦੀ ਡਵਰਮਿੰਗ ਨਹੀਂ ਕਰਦੇ, ਪੇਟ ਦੇ ਵਿੱਚ ਕੀੜੇ ਨੇ ਤੇ ਉਹਨੂੰ ਸੋਜ਼ਸ਼ ਹੋਏਗੀ। ਇਸ ਦੇ ਤਜਰਬੇ ਲਈ ਤੁਸੀਂ ਚੁਆਈ ਕਰਦੇ ਹੋ, ਜਾਨਵਰ ਦੇ ਇਸ ਤਰ੍ਹਾਂ ਥਣ ਫੜ ਕੇ ਚੋਂਦੇ ਹੋ ਪਏ, ਜਦੋਂ ਜਿਸ ਜਾਨਵਰ ਦੇ ਥਣ ਦੇ ਵਿੱਚ ਉਂਗਲੀਆਂ ਖੁੱਭਦੀਆਂ ਬਾਅਦ ਚ ਨਿਸ਼ਾਨ ਵਾਜ਼ਿਆ ਨਜ਼ਰ ਆਉਂਦੇ ਨੇ, ਉਸ ਜਾਨਵਰ ਦਾ ਵੱਲ ਧਿਆਨ ਕਰਨਾ ਸ਼ੁਰੂ ਕਰ ਦਿਓ ਕਿ ਜਾਨਵਰ ਨੂੰ ਬਾਦੀ ਏ, ਇਹਨੂੰ ਚੰਦਰੀ ਵੀ ਹੋ ਸਕਦੀ, ਇਹਨੂੰ ਸਾੜੂ ਵੀ ਹੋ ਸਕਦਾ, ਇਹਦਾ ਥਣ ਘਟ ਵੀ ਸਕਦਾ। ਅਗਰ ਉਹਦਾ ਥਣ ਘਟ ਜਾਂਦਾ ਉਹਦੇ ਵਿੱਚ ਪਰੇਸ਼ਾਨ ਨਹੀਂ ਹੋਣਾ। ਉਹਨੂੰ ਕੋਈ ਥੋਮ ਲੈਣਾ 1/2 ਕਿਲੋ, ਉਹ 2 ਕਿਲੋ ਪਾਣੀ ਦੇ ਵਿੱਚ ਉਬਾਲਣਾ। ਜਦੋਂ ਅੱਛੀ ਤਰ੍ਹਾਂ ਗਲ ਜੇ, ਉਹਨੂੰ ਥੱਲੇ ਲਾ ਕੇ 2 ਤੋਂ 2.5 ਖਾਣੇ ਵਾਲੇ ਚਮਚ ਹਲਦੀ ਵਿੱਚ ਮਿਕਸ ਕਰਨੀ ਹੈ। ਵਿੱਚ ਕਿਲੋ ਹਸਬੇ ਤੋਂ ਫੀਕ ਕਿਲੋ 1/2 ਕਿਲੋ ਦੁੱਧ ਪਾਉਣਾ। ਉਸ ਜਾਨਵਰ ਨੂੰ 3-4 ਦਿਨ ਮਤਵਾਤਰ ਖੀਰ ਦੇਣੀ, ਔਰ ਦੁੱਧ ਜਿਹੜਾ ਸਾੜੂ ਵਾਲੇ ਜਾਨਵਰ ਦਾ ਉਹ ਚੈੱਕ ਕਰਦਿਆ ਰਹਿਣਾ। ਅੱਜ 4 ਧਾਰਾਂ ਆਈਆਂ ਨੇ, ਅਗਲੇ ਦਿਨ 8 ਆਣਗੀਆਂ ਇਨਸ਼ਾਅੱਲਾ, ਉਹ ਥਣ ਪੂਰਾ ਹੋ ਜਾਏ। ਮਾਸ਼ਾਅੱਲਾ ਸਰ, ਬੜੀ ਕਮਾਲ ਦੀ ਤੇ ਅੱਛੀ ਗੱਲ ਦੱਸੀ ਜੇ। ਇਸ ਤੋਂ ਪਹਿਲੇ ਇਹ ਟੋਟਕਾ ਕਿਸੇ ਨਹੀਂ ਦੱਸਿਆ, ਯਾਨੀ ਕਿ ਜਦੋਂ ਜਾ ਛੱਡਣਾ ਉਸ ਤੋਂ ਬਾਅਦ ਥਣ ਨੂੰ ਜਿਹੜਾ ਨਾ ਲਾਜ਼ਮੀ ਧੋਵੋ। ਬਾਅਦ ਦੇ ਵਿੱਚ ਲਾਜ਼ਮੀ ਧੋਵੋ। ਕੋਸ਼ਿਸ਼ ਕਰੋ ਕਿ ਜਾਨਵਰ ਦਾ ਅਗਰ ਬਾਅਦ ਦੇ ਵਿੱਚ ਬੱਚਾ ਛੱਡਣਾ ਲਾਜ਼ਮ ਹੈ, ਜਾਂ ਚਵਾਈ ਅਸੀਂ ਲੋਕ ਕਰਨੇ ਆ, ਇੰਨਾ ਟਾਈਮ ਨਹੀਂ ਹੁੰਦਾ ਕਿ ਪਹਿਲੇ ਦੁੱਧ ਛੱਡੀਏ, ਕਿੰਨਾ ਛੱਡਣਾ ਕਿੰਨਾ ਨਹੀਂ। ਜਿੰਨਾ ਦੁੱਧ ਬਾਅਦ ਚ ਬੱਚੇ ਨੂੰ ਪਿਲਾਉਣਾ ਹੈ, ਪਿਲਾਉਣ ਤੋਂ ਬਾਅਦ ਜੋ ਬੱਚਾ ਪਿੱਛੇ ਕਰੋਗੇ ਉਹਦੇ ਥਣ ਦੁਬਾਰਾ ਧੋਵੋ।
ਜਿਹੜੇ ਜਾਨਵਰ ਗੱਭਣ ਹੁੰਦੇ ਨੇ ਜੀ। ਉਹਨਾਂ ਨੂੰ ਸੂਣ ਤੋਂ ਪਹਿਲੇ ਤੇਲ ਜਾਂ ਘਿਓ ਵੀ ਦਿੰਦੇ ਹੋ? ਉਹਨਾਂ ਨੂੰ ਘਿਓ ਦੇਣਾ ਚਾਹੀਦਾ ਹੈ। ਅਗਰ ਨਾ ਤੌਫੀਕ ਹੋਵੇ, ਬਹੁਤ ਜ਼ਿਆਦਾ ਮਹਿੰਗਾ ਨਹੀਂ ਵੀ ਤੁਸੀਂ ਫਰਜ਼ ਕਰੋ ਅਫੋਰਡ ਕਰ ਸਕਦੇ, ਤੇ ਫਿਰ ਤੁਸੀਂ ਉਹਨਾਂ ਨੂੰ ਤੇਲ ਵੀ ਦਵੋ, ਹਰਜ ਕੋਈ ਨਹੀਂ। ਕੁਝ ਮੇਰੇ ਦੋਸਤ ਐਸੇ ਨੇ ਜਿਹੜੇ ਆਂਦੇ ਨਹੀਂ ਜਦੋਂ 7 ਮਾਹ ਤੋਂ ਅੱਗੇ ਜਾਨਵਰ ਚਲਾ ਜਾਂਦਾ ਤੇ ਫਿਰ ਉਹਨੂੰ ਤੇਲ ਨਹੀਂ, ਕੁਝ ਵੀ ਨਹੀਂ ਹੁੰਦਾ, ਮੈਂ ਤਿਆਰ ਮੱਝ ਨੂੰ ਵੀ ਤੇਲ ਦੇਵਾਂਗਾ, ਉਹਦੇ ਨਾਲ ਮੱਝ ਜਿਹੜੀ ਹੈ ਉਹ ਥੱਲਿਓਂ ਖੁੱਲੇਗੀ, ਬਹਾਨਾ ਬਣਾਏਗੀ, ਚਿਕਨਾ ਹਟਣਾ। ਅਗਰ ਘਿਓ ਹੋਵੇ ਤੇ ਘਿਓ ਦੇਵੋ, ਕੋਈ ਇਤਰਾਜ਼ ਨਹੀਂ ਦੇ ਸਕਦੇ ਤੇ ਸਰੋਂ ਦਾ ਤੇਲ ਤੇ ਲਾਜ਼ਮੀ ਦੇਵੋ ਉਹਨੂੰ ਕੋਈ 4 ਲੀਟਰ। ਇਹ ਜਿਹੜਾ ਸਰੋਂ ਦਾ ਤੇਲ ਹੈ ਗਰਮ ਕਰਕੇ ਦੇਣਾ ਹੈ ਜਾਂ ਇੰਜੀ ਦੇ ਹਟਣਾ? ਅਗਰ ਮੌਸਮ ਸਰਦੀ ਦਾ ਹੈ ਤੇ ਰਾਤ ਨੂੰ ਦੁੱਧ ਉਬਾਲ ਲੈਣਾ, ਮਸਲਨ ਪਾ ਤੇਲ ਦੇਣਾ ਤੇ 0.5 ਕਿਲੋ ਦੁੱਧ ਹੋਵੇ, ਉਹਨੂੰ ਉਬਾਲ ਲੈਣਾ, ਉਹਦੇ ਵਿੱਚ ਦੁੱਧ ਨੂੰ ਤੇਲ ਨੂੰ ਤੇ ਦੁੱਧ ਨੂੰ ਮਿਕਸ ਕਰਨਾ, ਫੈਂਟਣਾ ਹੈ ਕਿ ਉਹਦੀ ਅੱਛੀ ਜਿਹੜਾ ਨਾ ਉਹ ਮੋਟਾ ਹੋਈਏ ਤੇਲ, ਜਾਨਵਰ ਨੂੰ ਅਥਰੂ ਨਾ ਲੱਗੇ, ਦਿੰਦਿਆਂ ਅਥਰੂ ਨਾ ਲੱਗੇ, ਉਹ ਦਿਓ ਤੁਸੀਂ, ਅਲਹਮਦੁਲਿਲਾ ਅੱਲਾ ਖੈਰ ਕਰੇਗਾ। ਕਿਆ ਬਾਤ ਹੈ ਮੁਜ਼ੰਮਲ ਸਾਹਿਬ, ਤੁਸੀਂ ਜਨਾਬ ਦਿਲ ਖੁਸ਼ ਕੀਤਾ। ਆਖਰੀ ਤੁਹਾਨੂੰ ਸਵਾਲ ਪੁੱਛਾਂ ਦਾ, ਜਿਹੜੇ ਭਰਾ ਤੁਹਾਡੀ ਵੀਡੀਓ ਵੇਖਦੇ ਨੇ ਪਏ, ਉਹ ਜਾਨਵਰਾਂ ਦਾ ਕੰਮ ਕਰਨਾ ਚਾਹੁੰਦੇ ਨੇ, ਤੁਸੀਂ ਉਹਨਾਂ ਨੂੰ ਕੀ ਮਸ਼ਵਰਾ ਦੇਣਾ ਚਾਹੁੰਦੇ ਹੋ? ਇਹ ਕੰਮ ਫਾਇਦਾਮੰਦ ਹੈ ਜਾਂ ਕਿ ਨੁਕਸਾਨਦੇਹ ਹੈ? ਜੋ ਤੁਹਾਡਾ ਮਸ਼ਵਰਾ ਦੇ ਦਿਓ। ਸਾਡਾ ਬਰਾਦਰਾਂ ਦਾ ਮਸ਼ਵਰਾ ਉਹਨਾਂ ਨੂੰ ਇਹ ਵੇਖੋ ਜੀ, ਜਿਹਦੇ ਕੋਲ ਪੈਸੇ ਹੁੰਦੇ ਨਾ ਉਹ ਸਭ ਤੋਂ ਵੱਡਾ ਅਕਲਮੰਦ ਹੁੰਦਾ, ਲੇਕਿਨ ਮਸ਼ਵਰਾ ਉਹਨੂੰ ਇਹ ਵੇ, ਅਗਰ ਉਹ ਜਾਨਵਰਾਂ ਨੂੰ ਜਾਣਦਾ ਸ਼ੁਰੂ ਤੋਂ, ਕੋਈ ਥੋੜਾ ਬਹੁਤਾ ਨੌਲੇਜ ਰੱਖਦਾ ਇਹਨਾਂ ਦੇ ਇਲਮ 'ਚ, ਤੇ ਫਿਰ ਉਹ ਇਹ ਕੰਮ ਜਿਹੜਾ ਸ਼ੁਰੂ ਕਰ ਲਿਆ, ਅੱਲਾਹ ਤਾਲਾ ਫਜ਼ਲ ਕਰੇਗਾ। ਅਗਰ ਉਹ 0 ਪੁਆਇੰਟ ਦੇ ਵੀ ਇਹਨੂੰ ਜਾਣਦਾ ਹੀ ਨਹੀਂ, ਤੇ ਪਹਿਲੇ ਇਹਨੂੰ ਥੋੜਾ ਸਾਰਾ ਜਾਣਨ ਦੀ ਕੋਸ਼ਿਸ਼ ਕਰੇ, ਕਿਸੇ ਦੋਸਤ ਦੇ ਨਾਲ ਜਾ ਕੇ, ਕਿਤੇ ਅੱਗੇ ਪਿੱਛੇ ਜਾ ਕੇ ਇਹਨੂੰ ਜਾਣਨ ਦੀ ਕੋਸ਼ਿਸ਼ ਕਰੇ, ਬਜਾਏ ਇਸ ਦੀ ਕਿ ਕੋਈ ਲਾਸ ਕਰ ਪਵੇ, ਬਹੁਤ ਜ਼ਿਆਦਾ ਅਮਾਊਂਟ ਜਿਹੜੀ ਇਨਵੈਸਟ ਕਰਕੇ ਤੇ ਬਾਅਦ ਦੇ ਵਿੱਚ ਪਰੇਸ਼ਾਨ ਹੋਣ ਤੋਂ। ਜੀ ਮੁਜ਼ੰਮਲ ਸਾਹਿਬ, ਜਨਾਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਆਪਣੇ ਕਾਰੋਬਾਰ ਦੇ ਮੁਤਲਕ ਮੁਹਲਸ, ਅੱਛੀਆਂ ਤੇ ਕੀਮਤੀ ਗੱਲਾਂ ਦਸੀਆਂ ਨੇ। ਅੱਲਾਹ ਪਾਕ ਤੁਹਾਡੇ ਕਾਰੋਬਾਰ 'ਚ ਮਜ਼ੀਦ ਇਜ਼ਾਫਾ ਅਤਾ ਫਰਮਾਏ। ਆਮੀਨ। ਅੱਲਾਹ ਹਾਫਿਜ਼, ਜਜ਼ਾਕ ਅੱਲਾਹ।